ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਪਹਿਲਾ। ਹਮ ਜ਼ੇਰ ਜਿਮੀ ਦੁਨੀਆ ਪੀਰਾ ਮਸਾਇ ਕਾ ਰਾਇਆ। ਮੇਰਵਦ ਬਾਦਸ਼ਾਹ ਅਫਜੂ ਖੁਦਾਏ। ਅਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ। ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਦੀ ਹੋਈ ਜੋ ਲੜੀਵਾਰ ਵਿਆਖਿਆ ਹੈ, ਇਹ ਅੱਜ ਦਾ ਪਾਵਨ ਸ਼ਬਦ 143 ਅੰਗ ਤੇ ਸ਼ੋਭਿਤ ਹੈ, ਜੋ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸ਼ਰਵਨ ਕਰਾਇਆ। ਜਿਹੜੀ ਮੂਲ ਗੱਲ ਹੈ ਉਹ ਆਪ ਜੀ ਦੇ ਮੈਂ ਸਾਹਮਣੇ ਰੱਖਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹ ਬੋਲ ਹਨ ਤੇ ਸਫ਼ਰ ਕਰਦਿਆਂ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਾਕ ਪਟਨ ਪਹੁੰਚਦੇ ਹਨ, ਜਿੱਥੇ ਬਾਬਾ ਫਰੀਦ ਦਾ ਜੋ ਕਿ ਆਸ਼ਰਮ ਹੈ, ਤੇ ਉਸ ਵੇਲੇ ਸ਼ੇਖ ਬ੍ਰਹਮ ਗੱਦੀ ਤੇ ਬੈਠੇ ਹੋਏ ਸੀ ਤੇ ਸ਼ੇਖ ਬ੍ਰਹਮ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ। ਕਹਿਣ ਲੱਗੇ, ਮਹਾਰਾਜ ਕੁਝ ਰੱਬ ਦੀ ਗੱਲ ਸੁਣਾਓ। ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅਰਜ਼ ਕਰਾਂ, ਸ਼ੇਖ ਫਰੀਦ ਦੇ ਜਿਤਨੇ ਵੀ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਉਹਨਾਂ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਬਹੁਤ ਹੀ ਕਰੀਬੀ ਨਾਲ ਸਮਝ ਆਈ ਹੈ। ਬਹੁਤ ਹੀ ਕਰੀਬੀ ਨਾਲ, ਜਾਂ ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਬਾਬਾ ਫਰੀਦ ਨੇ ਜਿਹੜੀ ਗੱਲ ਆਖੀ ਹੈ, ਮੌਤ ਨੂੰ ਸਾਹਮਣੇ ਰੱਖ ਕੇ ਗੱਲ ਆਖੀ। ਮੌਤ ਨੂੰ ਸਾਹਮਣੇ ਕਿ ਇਹ ਜੋ ਮੌਤ ਹੈ, ਇਹ ਕਿਸੇ ਵੇਲੇ ਵੀ ਮਨੁੱਖ ਦੇ ਸਰੀਰ ਵਿੱਚੋਂ ਜਿੰਦ ਕੱਢ ਸਕਦੀ ਹੈ। ਜੋ ਦਿਸ ਰਿਹਾ ਹੈ ਇਹ ਸਭ ਕੁਝ ਫਨਾ ਹੋ ਜਾਏ। ਤੋ ਇੱਕ ਸਵਾਲ ਇਹ ਸੀ ਕਿ ਬਹੁਤ ਸਾਰੀਆਂ ਗੱਲਾਂ ਐਸੀਆਂ ਹਨ ਜਿਹਦੇ ਵਿੱਚ ਇੱਕ ਗੱਲ ਸਿਰਮੌਰ ਹੈ, ਜਿਹੜੀ ਹੈਰਾਨ ਕੁਨ ਹੈ, ਮਨੁੱਖ ਨੂੰ ਹੈਰਾਨ ਕਰ ਦਿੰਦੀ ਹੈ। ਉਹ ਕਿਹੜੀ ਗੱਲ ਹੈ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਹੈਰਾਨ ਕੁਨ ਜਿਹੜੀ ਗੱਲ ਹੈ ਉਹ ਇੱਕੋ ਹੀ ਹੈ ਕਿ ਹਰ ਮਨੁੱਖ ਰੋਜ਼ ਕਿਸੇ ਨਾ ਕਿਸੇ ਨੂੰ ਮਰਦੇ ਹੋਏ ਦੇਖਦਾ ਹੈ। ਹਰ ਰੋਜ਼ ਕਦੇ ਕੋਈ ਰੁਖਸਤ ਹੋ ਰਿਹਾ ਹੈ, ਕਦੇ ਕੋਈ ਰੁਖਸਤ ਹੋ ਰਿਹਾ ਹੈ। ਇਹ ਸਭ ਕੁਝ ਦੇਖਣ ਤੋਂ ਬਾਅਦ ਵੀ ਇਹ ਭੁੱਲ ਜਾਂਦਾ ਹੈ ਕਿ ਮੈਂ ਵੀ ਕਦੇ ਜਾਣਾ ਹੈ ਮੁਸਤਕੀ ਮੌਤ। ਇਹ ਭੁੱਲ ਜਾਂਦਾ ਹੈ। ਇਹ ਹੈਰਾਨ ਕੁਨ ਗੱਲ ਹੈ। ਜੋ ਸ਼ਬਦ ਆਪ ਜੀ ਦੇ ਸਾਹਮਣੇ ਹੈ, ਇਹਦੇ ਬੋਲ ਪਰਸ਼ੀਅਨ ਦੇ ਬੋਲ ਹਨ, ਫਾਰਸੀ ਜਿਸ ਨੂੰ ਕਹਿੰਦੇ। ਗੁਰੂ ਨਾਨਕ ਸਾਹਿਬ ਜ਼ੇਰ, ਇਹ ਜੋ ਜੱਜਾ ਅੱਖਰ ਹੈ,
ਇਸ ਤੇ ਪੈਰਾਂ ਦੇ ਵਿੱਚ ਟਿੱਪੀ ਲਗਾਉਣੀ ਪੈ ਗਈ। ਜੇਕਰ ਅਸੀਂ ਪੜ੍ਹਦੇ ਹਾਂ ਜੇਰ, ਤਾਂ ਇਸ ਤੋਂ ਭਾਵ ਹੈ ਕਿ ਜੇਰਜ ਭਾਵ ਉਦਰ ਤੋਂ ਪੈਦਾ ਹੋਣ ਵਾਲੇ ਜੀਵ। ਔਰ ਜੇ ਕਿਧਰੇ ਅਸੀਂ ਇਸ ਨੂੰ ਬਿੰਦੀ ਲਗਾ ਕੇ ਪੈਰਾਂ ਦੇ ਵਿੱਚ ਪੜ੍ਹਦੇ ਹਾਂ ਜ਼ੇਰ, ਤਾਂ ਭਾਵ ਹੁੰਦਾ ਹੈ ਥੱਲੇ ਡਿੱਗਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਸਾਰਾ ਜਿਹੜਾ ਆਲਮ ਹੈ ਦਿਸਦਾ ਹੋਇਆ, ਜਿਹੜੀ ਦੁਨੀਆ ਅਸੀਂ ਦੇਖਦੇ ਪਏ ਹਾਂ, ਜਿਹਦੇ ਵਿੱਚ ਪੀਰ ਹਨ, ਫਕੀਰ ਹਨ, ਸਾਧਕ ਹਨ, ਵੱਡੇ ਵੱਡੇ ਰਾਏ ਹਨ, ਬਾਦਸ਼ਾਹ ਹਨ, ਇਹ ਇੱਕ ਨਾ ਇੱਕ ਦਿਨ ਜ਼ਮੀਨ ਦੇ ਥੱਲੇ ਆ ਜਾਣਗੇ, ਖਤਮ ਹੋ ਜਾਣਗੇ। ਹਮ ਤੋਂ ਭਾਵ ਹੈ ਸਾਰਾ। ਹਮ ਜ਼ੇਰ ਜ਼ਮੀਨ ਦੁਨੀਆ, ਇਹ ਜੋ ਦੁਨੀਆ ਹੈ ਜਿਹਦੇ ਵਿੱਚ ਪੀਰ ਵੀ ਹਨ, ਸ਼ੇਖ ਵੀ ਹਨ, ਰਾਜੇ ਵੀ ਹਨ, ਇਹ ਇੱਕ ਨਾ ਇੱਕ ਦਿਨ ਜ਼ਮੀਨ ਦੇ ਥੱਲੇ ਆ ਜਾਣਗੇ, ਪਾਓ ਖਤਮ ਹੋ ਜਾਣਗੇ। ਮੈਂ ਰਵਦ ਬਾਦਸ਼ਾਹ, ਜਿਤਨੇ ਵੀ ਬਾਦਸ਼ਾਹ ਹਨ ਇਹ ਵੀ ਮੈਂ ਰਵਦ, ਇਹ ਵੀ ਨਾਸ਼ਵੰਤ ਹਨ। ਅੱਜ ਹਨ ਕੱਲ ਨਹੀਂ ਆਉਣਗੇ, ਕੱਲ ਸੀ ਅੱਜ ਨਹੀਂ ਹਨ। ਮੈਂ ਰਵਦ ਬਾਦਸ਼ਾਹ ਅਫਜੂ ਖੁਦਾ ਹੈ, ਕੇਵਲ ਤੇ ਕੇਵਲ ਰਹਿਣ ਵਾਲਾ ਇੱਕ ਖੁਦਾ ਹੈ, ਇੱਕ ਖੁਦਾ ਹੈ। ਤੇ ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ 7 ਵਾਰ ਕਰਨਗੇ, ਏਕ ਤੋਂ ਹੀ, ਏਕ ਤੋਂ ਹੀ। ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹ ਇੱਕ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਆਪ ਜੀ ਦੇ ਆਰੰਭਿਕ ਬੋਲ ਵੀ ਹਨ ਜਪ ਬਾਣੀ ਦੇ, ਉਹ ਹਨ ਇੱਕ ਓੰਕਾਰ, ਇੱਕ ਤੋਂ ਸ਼ੁਰੂ ਹੁੰਦੇ ਨੇ। ਤਾਂ ਉਸ ਇੱਕ ਦੀ ਚਰਚਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਰਦੇ ਪਏ ਹਨ ਜੀ। ਮਹਿਲਾ ਪਹਿਲਾ ਨਾ ਦੇਵ ਦਾਨਵਾਨ ਰਾ, ਨਾ ਸਿੱਧ ਸਾਧਿਕਾ ਤਰਾ, ਅਸਤ ਏਕ ਦਿਗਰ ਕੋਈ, ਏਕ ਤੁਈ, ਏਕ ਤੁਈ। ਆਪ ਜੀ ਕਹਿਣ ਲੱਗੇ ਕੁਝ ਲੋਕ ਐਸੇ ਹਨ, ਤਨ ਕਰਕੇ ਮਨੁੱਖ ਹਨ ਪਰ ਮਨ ਕਰਕੇ ਦੇਵਤੇ ਹਨ। ਕੁਝ ਮਨੁੱਖ ਐਸੇ ਹਨ ਜੋ ਤਨ ਕਰਕੇ ਮਨੁੱਖ ਹਨ ਪਰ ਮਨ ਕਰਕੇ ਦੈਤ ਹਨ। ਕਿਉਂਕਿ ਕਿਸੇ ਨੇ ਸਵਾਲ ਕੀਤਾ ਸੀ ਕਿ ਦੇਵਤਾ ਕੌਣ ਹੈ ਔਰ ਦੈਤ ਕੌਣ ਹੈ, ਤੇ ਇਹਦਾ ਜਵਾਬ ਮਿਲਿਆ ਕਿ ਜਿਸ ਮਨੁੱਖ ਦੇ ਜੀਵਨ ਵਿੱਚ ਹੱਸਣਾ ਖੇਡਣਾ ਦੂਜੇ ਦੀ ਖੁਸ਼ੀ 'ਤੇ ਟਿਕਿਆ ਹੋਇਆ ਹੈ, ਉਹ ਦੇਵਤਾ ਹੈ। ਦੂਜੇ ਨੂੰ ਹਸਾ ਕੇ ਆਪ ਹੱਸਦਾ ਹੈ, ਦੂਜੇ ਨੂੰ ਸੁੱਖ ਦੇ ਕੇ ਆਪ ਖੁਸ਼ ਹੁੰਦਾ ਹੈ, ਐਸਾ ਮਨੁੱਖ ਮਨੁੱਖ ਨਹੀਂ ਹੈ, ਐਸਾ ਮਨੁੱਖ ਦੇਵਤਾ ਹੈ, ਦੇਵਤਾ ਹੈ। ਫਿਰ ਦਾਨਵ ਕੌਣ ਹੈ? ਕਹਿੰਦੇ ਨੇ ਜਿਹਦਾ ਹੱਸਣਾ ਕਿਸੇ ਦੂਜੇ ਦੇ ਰੋਣ 'ਤੇ ਟਿਕਿਆ ਹੋਵੇ, ਦੂਜੇ ਨੂੰ ਰੁਲਾ ਕੇ ਆਪ ਹੱਸਣਾ, ਐਸਾ ਮਨੁੱਖ ਮਨੁੱਖ ਨਹੀਂ, ਐਸਾ ਮਨੁੱਖ ਦੈਤ ਹੈ। ਵਿਚਾਰਾਂ ਕਰਕੇ ਹੀ ਕੋਈ ਦੇਵਤਾ ਹੈ, ਵਿਚਾਰਾਂ ਕਰਕੇ ਹੀ ਕੋਈ ਦੈਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਾ ਦੇਵ ਦਿਵਯ ਜੋਤੀ ਜਿਨ੍ਹਾਂ ਦੇ ਕੋਲ ਹੈ, ਇੱਕ ਨਾ ਇੱਕ ਦਿਨ ਉਹ ਵੀ ਤਨ ਛੱਡ ਜਾਣਗੇ। ਜਿਨ੍ਹਾਂ ਨੂੰ ਅਸੀਂ ਦਾਨਵ ਕਹਿੰਦੇ ਹਾਂ ਇਹ ਦੈਂਤ ਹਨ, ਪ੍ਰਵਰਤੀ ਕਰਕੇ ਦੈਂਤ ਹਨ, ਇੱਕ ਦਿਨ ਉਹ ਵੀ ਫਨਾ ਹੋ ਜਾਣਗੇ। ਨਾ ਦੇਵ ਦਾਨਵਾ ਨਰਾ, ਨਰਾ ਕਹਿੰਦੇ ਨੇ ਮਨੁੱਖ ਨੂੰ। ਨਾ ਤਨ ਕਰਕੇ ਦੇਵਤੇ ਰਹਿਣਗੇ, ਨਾ ਤਨ ਕਰਕੇ ਦੈਂਤ ਰਹਿਣਗੇ, ਨਾ ਤਨ ਕਰਕੇ ਮਨੁੱਖ ਰਹਿਣਗੇ, ਤਨ ਕਰਕੇ ਚਲੇ ਜਾਣਗੇ। ਫਿਰ ਜਿਨ੍ਹਾਂ ਨੇ ਸਿੱਧੀ ਹਾਸਲ ਕੀਤੀ ਹੈ ਨਾਮ ਜਪ ਜਪ ਕੇ, ਉਹਨਾਂ ਨੂੰ ਕਹਿੰਦੇ ਨੇ ਸਿੱਧ। ਕਈ ਸਿੱਧ ਬਣ ਗਏ, ਕਈ ਸਾਧਨਾ ਕਰਦੇ ਪਏ ਨੇ ਇਸ ਧਰਾ 'ਤੇ, ਇਸ ਜ਼ਮੀਨ 'ਤੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਧਰਤੀ ਵੀ ਨਹੀਂ ਰਹਿ ਸਕਦੀ, ਤੇ ਫਿਰ ਦੇਵਤੇ ਤੇ ਦਾਨਵ ਤੇ ਸਿੱਧ ਤੇ ਸਾਧਕ ਫਿਰ ਇਹ ਕਿਵੇਂ ਰਹਿਣਗੇ? ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅਰਜ਼ ਕਰਾਂ, ਕਿਉਂਕਿ ਇਸ ਗੱਲ ਨੂੰ ਪਕੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਸੂਰਜ
ਪੈਦਾ ਹੋ ਰਹੇ ਨੇ, ਪੁਰਾਣੇ ਸੂਰਜ ਬੁੱਝ ਰਹੇ ਨੇ, ਪਰ ਸਾਨੂੰ ਖਬਰ ਹੀ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੰਦਰਮਾ ਉਹ ਬੁਝਦੇ ਪਏ ਨੇ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਪੈਦਾ ਹੋ ਰਹੇ ਨੇ, ਪ੍ਰਗਟ ਹੋ ਰਹੇ ਨੇ। ਔਰ ਇਸੇ ਤਰ੍ਹਾਂ ਧਰਤੀ ਵੀ ਹੈ, ਮਿਟਦੀ ਹੈ, ਬਣਦੀ ਹੈ, ਪਰ ਮਨੁੱਖ ਨੂੰ ਖਬਰ ਹੀ ਨਹੀਂ ਇਸ ਦੇ ਬਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਾ ਦੇਵ ਦਾਨਵਾ ਨਰਾ, ਨਾ ਦੇਵ ਰਹਿਣਗੇ, ਨਾ ਦੈਤ ਰਹਿਣਗੇ, ਨਾ ਮਨੁੱਖ ਰਹਿਣਗੇ, ਨਾ ਸਿੱਧ ਸਾਧਿਕਾ ਧਰਾ। ਇਸ ਧਰਤੀ 'ਤੇ ਨਾ ਸਿੱਧ ਰਹਿਣਗੇ, ਨਾ ਸਾਧਕ ਰਹਿਣਗੇ। ਫਿਰ ਰਹੇਗਾ ਕੌਣ? ਕਹਿੰਦੇ ਨੇ ਅਸਤ ਏਕ। ਅਸਤ ਤੋਂ ਮੁਰਾਦ ਹੈ, ਇੱਕੋ ਹੀ ਹੈ, ਇੱਕੋ ਹੀ ਸੀ, ਇੱਕੋ ਹੀ ਹੋਵੇਗਾ। ਅਸਤ ਏਕ, ਦਿਗਰ ਕੋਈ ਦੂਜਾ ਕੌਣ ਹੈ? ਕਹਿੰਦੇ ਨੇ ਦੂਜਾ ਤਾਂ ਕੋਈ ਵੀ ਨਹੀਂ ਹੈ, ਇਹ ਇੱਕ ਦਾ ਹੀ ਤਮਾਸ਼ਾ ਹੈ। ਵਾਹ ਵਾਹ ਕਾ ਬੜਾ ਤਮਾਸ਼ਾ। ਏਕ ਹੈ ਅਨੇਕ ਹੈ, अनेक हैं फिर एक है, खेल खेल अखेल खेलन अंत कौं फिर एक। खेड खेडदियाँ खेडदियाँ अखीर विच फिर इक्को ही है। तो साहिब कहते ने दूजा कोई भी नहीं है, दिगर कोई दूजा कौन है? बस एक तो ही, एक तो ही। वो एक है ਜੋ ਅਨੇਕ ਅਨੇਕ ਰੂਪਾਂ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਜੀ। ਮਹਿਲਾ ਪਹਿਲਾ, ਨਾ ਦਾਦੇ ਦਿਹੰਦ ਆਦਮੀ, ਨਾ ਸਪਤ ਜ਼ੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਨਾ ਦਾਦੇ ਦਹਿੰਦ ਆਦਮੀ। ਕਿਤਨੇ ਹੀ ਐਸੇ ਮਨੁੱਖ ਜਿਹੜੇ ਦਾਦ ਦਿੰਦੇ ਸਨ, ਫੈਸਲੇ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਸਾਡਾ ਆਗੂ ਹੈ, ਇਹ ਸਾਡਾ ਮੁਖੀ ਹੈ। ਇਸ ਰੂਹੇ ਜ਼ਮੀਨ 'ਤੇ ਕਿਤਨੇ ਹੀ ਐਸੇ ਮੁਖੀ ਹੋਏ, ਐਸੇ ਆਗੂ ਹੋਏ ਜੋ ਇਨਸਾਫ ਕਰਦੇ ਸੀ, ਅਖੀਰ ਵਿੱਚ ਉਹ ਵੀ ਚਲੇ ਗਏ। ਨਾ ਦਾਦੇ ਰਹਿੰਦ ਆਦਮੀ, ਨਾ ਸਪਤ ਜ਼ੇਰ ਜ਼ਿਮੀ। ਇਸਲਾਮ ਧਰਮ ਕਹਿੰਦਾ ਹੈ ਕਿ 7 ਪਤਾਲ ਹਨ, 7 ਆਕਾਸ਼ ਹਨ। ਇਹ ਇਸਲਾਮ ਧਰਮ ਦੀ ਮਨੌਤ ਹੈ ਕਿ 7 ਪਤਾਲ ਹਨ ਤੇ 7 ਆਕਾਸ਼ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ 7 ਪਤਾਲ ਹੀ ਨਹੀਂ, ਆਪ ਜੀ ਦੀ ਰਸਨਾ ਚੋਂ ਬੋਲ ਨਿਕਲੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇੱਥੇ ਮੈਂ ਇੱਕ ਛੋਟੀ ਜਿਹੀ ਗਾਥਾ ਆਪ ਜੀ ਦੇ ਮੈਂ ਸਾਹਮਣੇ ਰੱਖਾਂ, ਗੱਲ ਪਕੜ ਵਿੱਚ ਆ ਜਾਵੇ। ਇਸਲਾਮ ਧਰਮ ਦੇ ਵਿੱਚ ਜਿਹੜੇ ਮੁਰਸ਼ਦ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਗੁਰੂ ਵੀ ਕਹਿੰਦੇ ਹਾਂ, ਅਤੇ ਇਸਲਾਮ ਧਰਮ ਦੇ ਵਿੱਚ ਉਹਨਾਂ ਨੂੰ ਪੀਰ ਵੀ ਕਹਿੰਦੇ ਨੇ। ਇਹ ਸਾਡਾ ਪੀਰ ਹੈ, ਇਹ ਸਾਡਾ ਮੁਰਸ਼ਦ ਹੈ। ਤੋ ਇੱਕ ਮੁਰਸ਼ਦ ਦਾ ਸ਼ਾਗਿਰਦ ਨਦੀ ਵਿੱਚ ਇਸ਼ਨਾਨ ਕਰਦਾ ਪਿਆ ਹੈ, ਅਤੇ ਗੁਰੂ ਨਾਨਕ ਸਾਹਿਬ ਵੀ ਉੱਥੇ ਹੀ ਇਸ਼ਨਾਨ ਕਰਦੇ ਪਏ ਨੇ। ਜਦੋਂ ਗੁਰੂ ਨਾਨਕ ਸਾਹਿਬ ਦੀ ਰਸਨਾ ਚੋਂ ਬੋਲ ਨਿਕਲੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼। ਤੋ ਇਹ ਜਿਹੜਾ ਮੁਰਸ਼ਿਦ ਦਾ ਚੇਲਾ ਇਸ਼ਨਾਨ ਕਰਦਾ ਪਿਆ ਸੀ, ਇਹ ਭੱਜਦਾ ਹੋਇਆ ਆਪਣੇ ਗੁਰੂ ਕੋਲ ਗਿਆ ਅਤੇ ਗੁਰੂ ਨੂੰ ਜਾ ਕੇ ਕਹਿੰਦਾ ਹੈ, ਮਹਾਰਾਜ ਤੁਸੀਂ ਤਾਂ ਕਹਿੰਦੇ ਹੋ 7 ਪਤਾਲ, ਤੁਸੀਂ ਕਹਿੰਦੇ ਹੋ 7 ਆਕਾਸ਼ ਨੇ, ਪਰ ਇੱਕ ਪੀਰ ਨੂੰ ਮੈਂ ਦੇਖਿਆ ਇਸ਼ਨਾਨ ਕਰਦਾ ਪਿਆ ਸੀ, ਅਤੇ ਉਹ ਕਹਿੰਦਾ ਲੱਖਾਂ ਹੀ ਪਤਾਲ ਨੇ ਅਤੇ ਲੱਖਾਂ ਹੀ ਆਕਾਸ਼ ਨੇ। ਇਹ ਕੀ ਹੈ? ਤੁਸੀਂ ਕੁਝ ਕਹਿੰਦੇ ਹੋ, ਉਹ ਫਕੀਰ ਕੁਝ ਕਹਿੰਦਾ ਪਿਆ। ਤਾਂ ਉਸ ਪੀਰ ਨੇ ਆਪਣੇ ਸੇਵਕ ਨੂੰ ਆਖਿਆ, ਤੂੰ ਇੱਕ ਕੰਮ ਕਰੋ, ਉਸ ਫਕੀਰ ਨੂੰ ਬੁਲਾ ਕੇ ਲਿਆ ਮੇਰੇ ਕੋਲ। ਇਹ ਕੌਣ ਫਕੀਰ ਹੈ? ਜਰਾ ਮੈਂ ਦੇਖਾਂ, ਗੱਲਬਾਤ ਕਰਾਂ।
ਤੇ ਇਸ ਸੇਵਕ ਨੇ ਗੁਰੂ ਨਾਨਕ ਨੂੰ ਆ ਕੇ ਕਿਹਾ, ਮਹਾਰਾਜ ਮੇਰਾ ਪੀਰ ਆਪ ਜੀ ਨੂੰ ਬੁਲਾ ਰਿਹਾ। ਚੰਗਾ ਭਾਈ, ਚੱਲਦੇ ਹਾਂ। ਜਿਵੇਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪੀਰ ਦੇ ਕੋਲ ਜਾਂਦੇ ਨੇ ਤੇ ਪੀਰ ਲੰਮੇ ਪੈ ਕੇ ਡੰਡੌਤ ਕਰਦਾ ਹੈ। ਗੁਰੂ ਨਾਨਕ ਲੰਮੇ ਪੈ ਤੇ ਪੀਰ ਦਾ ਸੇਵਕ ਕਹਿੰਦਾ ਹੈ, ਮਹਾਰਾਜ ਕੀ ਹੋਇਆ? ਤੇ ਉਹ ਪੀਰ ਕਹਿੰਦਾ ਹੈ ਕਿ ਮੈਂ 7 ਪਤਾਲਾਂ ਦੀ ਗੱਲ ਕਰਦਾ ਪਿਆ, ਮੈਨੂੰ 7 ਹੀ ਦਿਸਦੇ ਪਏ ਨੇ। ਇਹ ਲੱਖ ਪਤਾਲਾਂ ਦੀ ਗੱਲ ਕਰਦਾ ਪਿਆ ਹੈ, ਵਾਕਈ ਇਹਨੂੰ ਲੱਖਾਂ ਪਤਾਲ ਦਿਸਦੇ ਪਏ ਨੇ, ਦਿਸਦੇ ਪਏ ਨੇ। ਇਹਦੇ ਕੋਲ ਵਾਕਈ ਉਹ ਅੱਖਾਂ ਹਨ। ਮੈਂ ਇਸ ਕਰਕੇ ਸਜਦਾ ਕੀਤਾ ਹੈ, ਮੱਥਾ ਟੇਕਿਆ। ਮੈਂ ਅਰਜ਼ ਕਰ ਰਿਹਾ ਸੀ, ਨਾ ਸਬਤ ਜ਼ੇਰ ਜ਼ਮੀਂ ਜਿਹੜੇ 7 ਪਤਾਲ ਹਨ ਇਹ ਵੀ ਫਨਾ ਹੋ ਜਾਣਗੇ, ਇਹ ਵੀ ਖਤਮ ਹੋ ਜਾਣਗੇ। ਫਿਰ ਅਸਤ ਏਕ, ਇੱਕੋ ਹੀ ਹੈ। ਦਿਗਰ ਕੋਈ, ਦਿਗਰ ਦੂਜਾ ਕੋਈ ਵੀ ਨਹੀਂ ਹੈ। ਏਕ ਤੋਈ, ਏਕ ਤੋਈ। ਐ ਪ੍ਰਭੂ, ਐ ਪ੍ਰਵਦਗਾਰ, ਐ ਪਰਿਪੂਰਨ ਪਰਮਾਤਮਾ, ਕੇਵਲ ਤੂੰ ਇੱਕੋ ਹੀ ਹੈ। ਔਰ ਇਹ ਸਾਰਾ ਦਾ ਸਾਰਾ ਤਮਾਸ਼ਾ ਇੱਕ ਆਪ ਜੀ ਦਾ ਹੀ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੀ। ਮਹਿਲਾ ਪਹਿਲਾ, ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੂੰ ਏਕ ਤੂੰ। ਇਹ ਬਹੁਤ ਹੀ ਗਹਿਰੀ ਗੱਲ ਆਪ ਜੀ ਨੇ ਕਹਿਣਾ ਹੈ। ਗਿਆਨੀ ਜੀ, ਜੇ ਸੂਰਜ ਠੰਡਾ ਹੋ ਗਿਆ ਤੇ ਫਿਰ ਸਮਝ ਲਵੋ ਕਿ ਸਾਰੇ ਹੀ ਠੰਡੇ ਹੋ ਜਾਣਗੇ, ਕਿਉਂਕਿ ਗੁਰੂ ਸਾਹਿਬ ਮਹਾਰਾਜ ਕਹਿ ਰਹੇ ਨੇ ਕਿ ਇੱਕ ਦਿਨ ਸੂਰਜ ਵੀ ਖਤਮ ਹੋ ਜਾਏਗਾ। ਮੈਂ ਹੁਣੇ ਹੀ ਅਰਜ਼ ਕਰਕੇ ਹਟਿਆ ਕਿ ਕਿਤਨੇ ਹੀ ਸੂਰਜ ਠੰਡੇ ਪੈ ਰਹੇ ਨੇ ਔਰ ਕਿਤਨੇ ਹੀ ਨਵੇਂ ਸੂਰਜ ਪ੍ਰਗਟ ਵੀ ਹੋ ਰਹੇ ਨੇ ਉਹਦੀ ਸ੍ਰਿਸ਼ਟੀ ਦੇ ਵਿੱਚ। तो साहिब कहते ने ये जो सूरज है इसने भी फना हो जाना है, ये जो चंद्रमा है इसने भी फना हो जाना है, इसने भी ख़त्म हो जाना है। ना सूर शश, ना सूरज रहेगा, ना चंद्रमा रहेगा और ना ये मंडल रहेगा। मंडल की है क्योंकि एक होंदा है खंड, एक होंदा है मंडल, एक होंदा है वरबंड। ਇਹਨਾਂ ਨੂੰ ਥੋੜ੍ਹਾ ਜਿਹਾ ਸਮਝ ਲੈਣਾ। ਖੰਡ ਕਹਿੰਦੇ ਨੇ ਧਰਤੀ ਦੇ ਇੱਕ ਟੋਟੇ ਨੂੰ, ਇੱਕ ਹਿੱਸੇ ਨੂੰ। ਇਹ ਇੱਕ ਟੋਟਾ ਹੈ ਜਿਸ ਨੂੰ ਅਸੀਂ ਦੀਪ ਕਰਕੇ ਮੰਨਦੇ ਹਾਂ। ਇਹ ਇੱਕ ਟੋਟਾ ਹੈ ਧਰਤੀ ਦਾ। ਫਿਰ ਜਦੋਂ ਸਾਰੇ ਦੇ ਸਾਰੇ ਅਸੀਂ ਇਹ ਟੋਟੇ ਮਿਲਾ ਦਈਏ, ਖੰਡ ਮਿਲਾ ਦਈਏ, ਤਾਂ ਬਣਦਾ ਹੈ ਇੱਕ ਮੰਡਲ। ਸਾਰੀ ਧਰਤੀ ਜਿਹਦੇ ਵਿੱਚ ਆਕਾਸ਼, ਜਿਹਦੇ ਵਿੱਚ ਇੱਕ ਸੂਰਜ, ਜਿਹਦੇ ਵਿੱਚ ਇਹ ਚੰਦਰਮਾ, ਇਸ ਨੂੰ ਕਹਿੰਦੇ ਨੇ ਇਹ ਇੱਕ ਮੰਡਲ ਹੈ। ਤੇ ਫਿਰ ਬ੍ਰਹਮੰਡ ਕਿਹੜਾ ਹੈ? ਕਹਿੰਦੇ ਨੇ ਇਸੇ ਤਰ੍ਹਾਂ ਦੀਆਂ 7 ਧਰਤੀਆਂ ਤੇ 7 ਆਕਾਸ਼ ਮਿਲਾ ਕੇ ਇੱਕ ਬ੍ਰਹਮੰਡ ਬਣਦਾ ਹੈ। ਹੁਣ ਮੈਂ ਅਰਜ਼ ਕਰਾਂ, 7 ਪਤਾਲ ਤੇ 7 ਆਕਾਸ਼ ਮਿਲ ਕੇ ਇੱਕ ਬ੍ਰਹਮੰਡ ਬਣਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰੋੜਾਂ ਕਰੋੜਾਂ ਬ੍ਰਹਮੰਡ ਹਨ। ਕੋਟ ਬ੍ਰਹਮੰਡ ਕੋ ਠਾਕੁਰ ਸਾਕੁਰ ਸੁਆਮੀ। ਉਹ ਕੌਣ ਹੈ? ਤੋ ਸਾਹਿਬ ਕਹਿੰਦੇ ਨੇ, ਨਾ ਸੂਰ ਸ਼ਸ਼ ਮੰਡਲੋ, ਨਾ ਸਪਤ ਦੀਪ ਨਹਿ ਜਲੋ। ਕਹਿੰਦੇ ਨੇ ਇਹ ਜੋ 7 ਦੀਪ ਹਨ ਇਹ ਵੀ ਇੱਕ ਦਿਨ ਫਨਾ ਹੋ ਜਾਣਗੇ। ਹੁਣ ਇਹ ਜੋ ਪਾਣੀ ਹੈ ਇੱਕ ਦਿਨ ਇਹ ਵੀ ਖਤਮ ਹੋ ਜਾਏਗਾ, ਇਹ ਵੀ ਖਤਮ ਹੋ ਜਾਏਗਾ। ਅੱਜ ਮੈਂ ਅਰਜ਼ ਕਰਦਾ ਪਿਆ ਸੀ ਕਿ ਕਦੇ ਤਾਂ ਮਨੁੱਖ ਸੂਰਜ ਦੀ ਪੂਜਾ ਕਰਦਾ ਹੈ, ਕਦੇ ਚੰਦਰਮਾ ਦੀ ਪੂਜਾ ਕਰਦਾ ਹੈ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੰਦਰਮਾ ਦੀ ਹੀ ਪੂਜਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਰਵਾ ਚੌਥ ਦਾ ਵਰਤ ਰੱਖਿਆ। ਮੈਨੂੰ ਕਿਸੇ ਨੇ ਪੁੱਛਿਆ, ਗਿਆਨੀ ਜੀ ਇਹ ਕਰਵਾ ਚੌਥ ਕੀ ਹੈ? ਮੈਂ ਕਿਹਾ ਇਹ ਬੀਬੀ 1 ਸਾਲ ਵਾਸਤੇ ਆਪਣੇ ਪਤੀ ਦਾ ਬੀਮਾ ਕਰਦੀ ਹੈ। 1 ਸਾਲ ਵਾਸਤੇ ਆਪਣੇ ਪਤੀ ਨੂੰ ਕਹਿੰਦੀ ਹੈ, ਦੇਖ ਇਹ ਸਭ ਕੁਝ ਮੇਰੇ ਹੱਥ ਵਿੱਚ ਹੈ, ਨਹੀਂ ਤਾਂ ਫਿਰ ਮੈਂ ਵਰਤ ਨਹੀਂ ਰੱਖਣਾ, ਫਿਰ ਤੇਰੀ ਖੈਰ ਨਹੀਂ ਹੈ। ਪਤੀ ਵਿਚਾਰਾ ਉਧਾਰ ਲੈ ਕੇ ਵੀ ਉਸ ਨੂੰ ਸਮੱਗਰੀ ਲੈ ਕੇ ਦਿੰਦਾ ਹੈ। 1 ਸਾਲ ਦਾ ਉਹਦਾ ਬੀਮਾ ਹੋ ਜਾਂਦਾ।
ਮੈਂ ਦੂਜੀ ਗੱਲ ਸਵੇਰੇ ਵੀ ਅਰਜ਼ ਕਰ ਰਿਹਾ ਸੀ। ਮਨੋਵਿਗਿਆਨ ਕਹਿੰਦਾ ਹੈ ਕਿ ਜਿਸ ਦਿਨ ਆਪ ਜੀ ਚਾਹ ਨਾ ਪੀਵੋ, ਉਸ ਦਿਨ ਸਾਰੇ ਦਿਨ ਚਾਹ ਦੇ ਹੀ ਖਿਆਲਾਤ ਚੱਲਦੇ ਰਹਿੰਦੇ ਨੇ, ਸਾਰੇ ਦਿਨ। ਜਿਸ ਦਿਨ ਆਪ ਜੀ ਭੋਜਨ ਨਾ ਛਕੋ, ਉਸ ਦਿਨ ਸਾਰੇ ਦਿਨ ਭੋਜਨ ਦੇ ਹੀ ਵਿਚਾਰ ਚੱਲਦੇ ਰਹਿੰਦੇ ਨੇ। 36 ਪ੍ਰਕਾਰ ਦੇ ਭੋਜਨ, ਭਾਵੇਂ ਕੋਈ ਦੁਕਾਨ ਨੇੜੇ ਨਾ ਵੀ ਹੋਵੇ ਤਾਂ ਵੀ ਖੁਸ਼ਬੂ ਆਉਂਦੀ ਰਹੇਗੀ ਆਪਣੇ ਆਪ ਹੀ, ਕਿਉਂਕਿ ਭੁੱਖ ਲੱਗੀ ਹੋਈ ਹੈ, ਖੁਸ਼ਬੂ ਆਉਂਦੀ ਰਹੇ। ਭੋਜਨ ਨਹੀਂ ਕੀਤਾ, ਬੀਬੀ ਨੇ ਵਰਤ ਰੱਖਿਆ ਕਰਵਾ ਚੌਥ ਦਾ, ਤੇ ਵਾਰ-ਵਾਰ ਪੌੜੀਆਂ ਤੇ ਚੜ੍ਹਦੀ ਹੈ, ਦੇਖਦੀ ਹੈ ਚੰਦਰਮਾ ਉਗਿਆ ਕਿ ਨਹੀਂ ਉਗਿਆ। ਇੱਕ ਵਾਰ ਚੜ੍ਹੀ, ਫਿਰ ਦੂਜੀ ਵਾਰ ਚੜ੍ਹੀ, ਭੁੱਖ ਲੱਗੀ ਹੋਈ ਹੈ, ਤੇ ਤੀਜੀ ਵਾਰ ਪੌੜੀਆਂ ਤੋਂ ਉਤਰਦਿਆਂ ਡਿੱਗ ਪੈਂਦੀ ਹੈ, ਪੈਰ ਟੁੱਟ ਜਾਂਦਾ ਹੈ। ਪਤੀ ਕਹਿੰਦਾ ਤੈਨੂੰ ਲੋੜ ਕੀ ਪੈ ਗਈ ਸੀ ਛੱਤ 'ਤੇ ਜਾਣ ਦੀ? ਪਤਨੀ ਕਹਿੰਦੀ ਤੇਰਾ ਹੀ ਛਾਪਾ ਕਰਨ ਵਾਸਤੇ ਗਈ ਸੀ ਮੈਂ। ਕਹਿਣ ਤੋਂ ਮੁਰਾਦ ਇੱਕ ਦਿਨ ਸੂਰਜ ਵੀ ਫਨਾ ਹੋ ਜਾਏਗਾ, ਚੰਦਰਮਾ ਵੀ ਫਨਾ ਹੋ ਜਾਏਗਾ, ਇੱਕ ਦਿਨ ਜਲ ਵੀ ਖਤਮ ਹੋ ਜਾਏਗਾ। ਅੰਨ ਪਾਉਣ ਥਿਰ ਨਾ ਕੋਈ। ਜਦੋਂ ਅੰਨ ਵੀ ਖਤਮ ਹੋ ਜਾਏਗਾ ਤੇ ਵਗਦੀ ਹੋਈ ਪਵਨ ਵੀ ਸ਼ਾਂਤ ਹੋ ਜਾਏਗੀ, ਸ਼ਾਂਤ ਹੋ ਜਾਏਗੀ।